ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 2-3 ਦਿਨਾਂ ਤੋਂ ਲਗਾਤਾਰ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਵਾਲ ਉੱਠ ਰਹੇ ਹੈ। ਸ਼ੁਰੂਆਤ ਦੇ ਵਿੱਚ ਮੈਨੂੰ ਲੱਗਿਆ ਕਿ ਲੋਕ ਗੱਲਾਂ ਕਰਦੇ ਹੁੰਦੇ, ਕਈ ਬਹੁਤ ਸਾਰੇ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਤੁਸੀਂ ਅੱਗੇ ਵੱਧ ਰਹੇ ਹੋ ਜਾਂ ਤੁਸੀਂ ਆਪਣੇ ਤੌਰ 'ਤੇ ਕੁਛ ਕਰ ਰਹੇ ਹੋ। ਪਰ ਫਿਰ ਜਿਵੇਂ ਬਹੁਤ ਝੂਠ ਅਤੇ ਬਹੁਤ ਕੂੜ ਪ੍ਰਚਾਰਿਆ ਗਿਆ, ਉਸ ਤੋਂ ਬਾਅਦ ਅੱਜ ਮੈਨੂੰ ਲੱਗਿਆ ਕਿ ਇਸ ਗੱਲ ਬਾਰੇ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੀਦਾ ਹੈ। ਤੁਹਾਨੂੰ ਦੇਖੋ, ਔਨ ਏਅਰ ਜਦੋਂ ਬਣਿਆ, ਔਨ ਏਅਰ ਨੂੰ ਜੇ ਪਿਆਰ ਮਿਲਿਆ ਤਾਂ ਉਹ ਤੁਸੀਂ ਸਭ ਨੇ ਦਿੱਤਾ। ਜੇ ਅੱਜ ਤੁਹਾਡੇ ਕੋਈ ਸਵਾਲ ਨੇ, ਜੇ ਤੁਹਾਡੇ ਜ਼ਿਹਨ ਦੇ ਵਿੱਚ ਜੇ ਕੋਈ ਡਾਊਟ ਹੈ ਤਾਂ ਉਹ ਮੇਰਾ ਫਰਜ਼ ਬਣਦਾ ਕਿ ਉਹਨਾਂ ਨੂੰ ਕਲੀਅਰ ਕਰਾਂ। ਹਾਲਾਂਕਿ ਕੁਛ ਇੱਕ ਚੀਜ਼ਾਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਅਨਫੋਲਡ ਕਰਦੇ ਹਾਂ, ਕਿਵੇਂ ਕੀ ਹੁੰਦਾ। ਪਰ ਪਹਿਲੀ ਗੱਲ ਜਿਹੜੀ ਸਪਸ਼ਟ ਗੱਲ ਹੈ ਕਿ ਮੈਂ ਇੱਕ ਲਾਈਨ ਦੇ ਵਿੱਚ ਉਹ ਗੱਲ ਕਰਨੀ ਚਾਹੁੰਦਾ ਕਿ ਦੀਪ ਸਿੱਧੂ ਦਾ ਇਸ ਚੈਨਲ ਦੇ ਨਾਲ ਜਾਂ ਕਿਸੇ ਹੋਰ ਦਾ ਇਸ ਚੈਨਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਰਪ੍ਰੀਤ ਬਾਈ ਜ਼ਰੂਰ ਨਾਲ ਹੈ ਮੇਰੇ, ਔਰ ਮੈਂ ਇਸ ਗੱਲ ਤੋਂ ਮੁੱਕਰਦਾ ਨਹੀਂ। ਔਰ ਬਿਲਕੁਲ ਬਾਈ, ਮੈਂ ਤਾਂ ਕਹਿਤਾ ਕਿ ਇਸ ਗੱਲ ਤੋਂ, ਔਰ ਉਹਦਾ ਦੀਪ ਦੇ ਨਾਲ ਕੋਈ ਸੰਬੰਧ ਹੈ ਨਹੀਂ ਹੈ। ਇਸ ਗੱਲ ਦੇ ਵਿੱਚ ਮੇਰਾ ਕੋਈ ਸਰੋਕਾਰ ਨਹੀਂ ਹੈ। ਮੈਂ ਚੈਨਲ ਦੇ ਮਾਲਕ ਹੋਣ ਦੇ ਨਾਤੇ ਇਹ ਗੱਲ ਕਹਿਣਾ। ਦੂਜੀ ਗੱਲ ਹੁਣ ਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਹਾਡਾ ਕੰਟੈਂਟ ਕੀ ਹੈ, ਤੁਸੀਂ ਉਹਦੇ 'ਤੇ ਲਿਖ ਕੀ ਰਹੇ ਹੋ, ਤੁਸੀਂ ਉਹਦੇ 'ਤੇ ਪਾ ਕੀ ਰਹੇ ਹੋ, ਤੁਹਾਡੀਆਂ ਖਬਰਾਂ ਕੀ ਹੈ। ਅੱਜ ਜੇ ਅਸੀਂ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਦੱਸ ਰਹੇ ਹਾਂ ਤਾਂ ਉਹ ਨੈਸ਼ਨਲ ਮੀਡੀਆ ਮੋਦੀ ਦਾ ਨਹੀਂ ਹੈ, ਪਰ ਜਿਹੋ ਜਿਹਾ ਉਹ ਕੰਟੈਂਟ ਦਿਖਾਉਂਦੇ ਆ, ਜਿਹੋ ਜਿਹਾ ਉਹ ਕੰਟੈਂਟ ਪੇਸ਼ ਕਰਦੇ ਆ, ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਫੇਵਰ ਕਰਦੇ ਆ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ, ਹੁਣ ਤੱਕ ਤੁਹਾਨੂੰ ਜੇ ਕਿਤੇ ਵੀ ਲੱਗਿਆ, ਜੇ ਇੱਕ ਦਿਨ ਵੀ ਲੱਗਿਆ ਕਿ ਅਸੀਂ ਪੰਜਾਬ ਦੇ ਹਿੱਤ ਖਾਤਰ ਜਾਂ ਸੰਘਰਸ਼ ਖਾਤਰ ਕੋਈ ਕੰਪਰੋਮਾਈਜ਼ ਕੀਤਾ ਜਾਂ ਕਿਸੇ ਤਰ੍ਹਾਂ ਦੀ ਕੋਈ ਖਬਰ ਇਹੋ ਜਿਹੀ ਲਾਈ ਹੋਵੇ ਜਾਂ ਸੰਘਰਸ਼ ਨੂੰ ਲੈ ਕੇ ਕਦੇ ਢਾਹ ਲਾਉਣ ਦੀ ਗੱਲ ਕੀਤੀ ਹੋਵੇ, ਤਾਂ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਗੁਨਾਹਗਾਰ ਹਾਂ। ਫਿਰ ਤੁਸੀਂ ਮੈਨੂੰ ਚਾਹੇ ਗੋਲੀ ਮਾਰ ਦਿਓ ਉਸ ਗੱਲ ਕਰਕੇ। ਪਰ ਜਦੋਂ ਤੱਕ ਤੁਸੀਂ ਡੇ 1 ਤੋਂ ਸਾਰੀਆਂ ਖਬਰਾਂ ਉਵੇਂ ਪਈਆਂ, ਜਾ ਕੇ ਦੇਖੋ, ਚੈੱਕ ਕਰੋ, ਤੁਸੀਂ ਉਹਦੇ 'ਤੇ ਦੇਖੋ ਜਾ ਕੇ ਕਿ ਔਨ ਏਅਰ ਦੇ ਉੱਤੇ ਕਿਸ ਤਰ੍ਹਾਂ ਪਹਿਲੇ ਦਿਨ ਤੋਂ, ਔਰ ਸਿਰਫ ਔਨ ਏਅਰ ਨਹੀਂ, ਮੈਂ ਜੂਨ ਦੇ ਵਿੱਚ ਜਦੋਂ ਇਹ ਜਿਹੜੇ ਆਰਡੀਨੈਂਸ ਆਉਂਦੇ ਆ ਜੂਨ ਦੇ ਵਿੱਚ, ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ ਦਾ ਇੰਟਰਵਿਊ ਕਰਦਾ ਮੈਂ ਸਮਰਾਲੇ ਦੇ ਨੇੜੇ ਜਾ ਕੇ। ਉੱਥੋਂ ਇਹ ਸ਼ੁਰੂਆਤ ਹੁੰਦੀ ਹੈ। ਸਭ ਤੋਂ ਪਹਿਲਾਂ ਜੂਨ 10 ਜਾਂ 11 ਜੂਨ ਦਾ, 5 ਜੂਨ ਨੂੰ ਆਰਡੀਨੈਂਸ ਆਉਂਦੇ ਆ, 10 ਜਾਂ 11 ਜੂਨ ਨੂੰ ਰਾਜੇਵਾਲ ਸਾਹਿਬ ਦਾ ਇੰਟਰਵਿਊ ਹੁੰਦਾ, ਮੈਂ ਜਾ ਕੇ ਕਰਦਾ। ਔਰ ਉਸ ਤੋਂ ਬਾਅਦ ਲਗਾਤਾਰ ਅਸੀਂ ਇੱਕ ਇੱਕ ਕਰਕੇ ਜਿਹੜਾ ਉਹ ਇਹਦੇ ਵਿੱਚ ਇਨਵੋਲਵਡ ਹੁੰਦੇ ਹਾਂ। ਔਰ ਫਿਰ ਸਾਰੇ ਪੰਜਾਬ ਨੇ ਜਿਸ ਤਰ੍ਹਾਂ ਤੁਸੀਂ ਇਤਿਹਾਸ ਬਣਾਇਆ, ਜੋ ਸਭ ਕੁਛ ਇੱਥੋਂ ਤਾਈਂ ਲੈ ਕੇ ਆਏ ਹਾਂ। ਹੁਣ ਦੂਜੀ ਗੱਲ, ਸਾਰੀਆਂ ਵਿੱਚ ਕੁਛ ਹੋਰ ਵੀ ਕਮੈਂਟਸ ਇੰਗਲਿਸ਼ ਕੀ ਦਾ, ਹਿੰਦੀ, ਉਹ ਸਾਰੀਆਂ ਗੱਲਾਂ ਕਰਦਾ ਬਾਈ ਜੀ। ਮੈਂ ਇੱਕ ਇੱਕ ਚੀਜ਼ ਕਲੀਅਰ ਕਰਦਾ ਤੁਹਾਨੂੰ ਅੱਜ। ਉਸ ਤੋਂ ਬਾਅਦ ਕੀ ਹੁੰਦਾ ਕਿ ਫਿਰ ਇੱਥੇ ਪੰਜਾਬ 'ਚ ਸੰਘਰਸ਼ ਚੱਲਦਾ ਹੈ। ਪੰਜਾਬ 'ਚ ਸੰਘਰਸ਼ ਦੇ ਵਿੱਚ ਵੀ ਦਿਨ ਰਾਤ ਲਾਉਂਦੇ ਆ ਪੰਜਾਬ ਵਾਲੇ, ਚਾਹੇ ਉਹ ਰੇਲਾਂ ਰੋਕਣੀਆਂ ਹੋਣ, ਬਟਾਲੇ ਹੁੰਦਾ, ਗੋਨਿਆਣੇ ਜਾਂਦੇ ਆ, ਸਭ ਜਗ੍ਹਾ 'ਤੇ ਪੰਜਾਬ ਦੇ ਵਿੱਚ, ਲਾਡੋਵਾਲ ਟੋਲ ਪਲਾਜ਼ਾ 'ਤੇ ਇੱਕ ਹੋ ਕੇ ਪੰਜਾਬ ਇਸ ਸੰਘਰਸ਼ ਨੂੰ, ਪੱਤਰਕਾਰ ਇਸ ਸੰਘਰਸ਼ ਨੂੰ ਆਪਦਾ ਸੰਘਰਸ਼ ਮੰਨ ਕੇ ਕਵਰੇਜ ਕਰਦੇ। ਉਹਨਾਂ 'ਚ ਮੈਂ ਵੀ ਉਸੇ ਤਰ੍ਹਾਂ ਹੀ ਕਵਰੇਜ ਕਰਦਾ ਰਿਹਾ। ਫਿਰ ਮੈਂ ਅਦਾਰਾ ਛੱਡਦਾ ਔਰ ਔਨ ਏਅਰ ਦੀ ਸ਼ੁਰੂਆਤ ਹੋ ਜਾਂਦੀ ਹੈ। ਔਨ ਏਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜ਼ਿਆਦਾਤਰ ਸਿੰਘੂ ਬਾਰਡਰ 'ਤੇ ਮੈਂ ਆਪ ਰਿਹਾ, ਬਾਕੀ ਟੀਮ ਗਾਜ਼ੀਪੁਰ 'ਤੇ ਟਿੱਕਰੀ ਜਾਂਦੀ ਰਹੀ। ਮੈਂ ਬਾਕੀ ਥਾਵਾਂ 'ਤੇ ਗਿਆ ਪਰ ਘੱਟ ਗਿਆ, ਚਾਹੇ ਪਲਵਲ ਹੋਵੇ, ਜੈਪੁਰ ਬਾਰਡਰ ਹੋਵੇ, ਟਿੱਕਰੀ ਹੋਵੇ, ਮੈਂ ਜ਼ਿਆਦਾਤਰ ਗਾਜ਼ੀਪੁਰ ਰਿਹਾ। ਟੀਮ ਜਿਹੜੀ ਸੀਗੀ ਉਹ ਕਵਰੇਜ ਬਾਕੀ ਥਾਵਾਂ ਤੋਂ ਕਰਦੀ ਰਹੀ। ਹੁਣ ਹੁੰਦਾ ਕੀ ਹੈ ਕਿ ਬਹੁਤ ਵਾਰੀ ਜਿਵੇਂ ਉੱਥੇ ਮੇਲ ਜੋਲ ਹੋ ਜਾਂਦਾ ਹੈ ਜਾਂ ਬੰਦੇ ਨਾਲ ਤੁਰੇ ਫਿਰਦੇ ਆ, ਇਹ ਸਵਾਲ ਬਹੁਤ ਵਾਰੀ ਉੱਥੇ ਹੋਇਆ, ਪਹਿਲੀ ਵਾਰੀ ਨਹੀਂ ਹੋਇਆ ਸਵਾਲ। ਇਹ ਸਵਾਲ ਉੱਥੇ ਵੀ ਲੋਕਾਂ ਨੇ ਕੀਤਾ, ਔਰ ਉੱਥੇ ਮੈਂ ਚੀਜ਼ਾਂ ਲੋਕਾਂ ਨੂੰ ਜਿਹੜੇ ਪੁੱਛਦੇ ਸੀ ਇੰਡੀਵਿਜੂਅਲ ਤੌਰ 'ਤੇ, ਉਹਨਾਂ ਨੂੰ ਕਲੀਅਰ ਕਰਦੇ ਰਹੇ। ਹੁਣ ਜਿਹੜਾ ਉਸ ਦਿਨ ਕੀ ਹੋਇਆ, ਹੁਣ ਇਹ ਬਹੁਤ ਸਰਾਸਰ ਗਲਤ ਦੋਸ਼ ਹੈ ਕਿ ਜਿਹੜੀ 26 ਜਨਵਰੀ ਦੀ ਕਵਰੇਜ ਮੈਂ ਲਾਲ ਕਿਲ੍ਹੇ ਵਾਲੇ ਪਾਸੇ ਕੀਤੀ ਅਤੇ ਇੱਧਰ ਨਹੀਂ ਕੀਤੀ। ਦੋਸਤੋ, ਤੁਸੀਂ ਜਾਓ
ਜਾ ਕੇ ਪੂਰੇ ਔਨ ਏਅਰ ਦੀ 26 ਤਰੀਕ ਦੀ ਕਵਰੇਜ ਦੇਖੋ। ਜਦੋਂ ਰਾਜੇਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਰਾਜੇਵਾਲ ਸਾਹਿਬ ਮੂਹਰੇ ਗੱਡੀ ਤੇ ਬੈਠਦੇ ਆ, ਨਾਲ ਡੱਲੇਵਾਲ ਸਾਹਿਬ ਹੁੰਦੇ ਆ, ਬਾਕੀ ਲੱਖੋਵਾਲ ਸਾਹਿਬ ਜਿਹੜੇ ਲੱਖੋਵਾਲ ਸਾਹਿਬ ਦੇ ਬੇਟੇ ਹਰਿੰਦਰ ਲੱਖੋਵਾਲ, ਅਜਨਾਲਾ ਸਾਹਿਬ, ਹੋਰ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਸਾਰੇ ਲੀਡਰ ਉੱਥੇ ਮੌਜੂਦ ਹੁੰਦੇ ਆ ਔਰ ਉਹਨਾਂ ਦੀ ਇੰਟਰਵਿਊ ਕਰਦਾ ਮੈਂ ਪਹਿਲਾਂ ਹੁਣ ਸ਼ੁਰੂਆਤ ਤੋਂ ਦੱਸ ਦਿੰਦਾ। ਸ਼ੁਰੂਆਤ ਹੁੰਦੀ ਹੈ ਪਹਿਲਾਂ ਉਹ ਜਿਹੜਾ ਪੰਧੇਰ ਸਾਹਿਬ ਵਾਲਾ ਪੰਨੂ ਸਾਹਿਬ ਵਾਲਾ ਗਰੁੱਪ ਜਿਹੜਾ ਉਹ ਤੁਰਦਾ, ਉਹਦੇ ਵਿੱਚ ਕਨਵਰ ਗਰੇਵਾਲ ਹੋਣੇ, ਹਰਫ ਚੀਮੇ ਹੋਣੇ ਅਤੇ ਇੱਕ ਹੋਰ ਗਾਇਕ ਜਿਹੜਾ ਸਾਡੇ ਖਿਲਾਫ ਬੋਲਿਆ ਉਹ ਉੱਥੇ ਨਾਲ ਹੀ ਹੁੰਦੇ ਆ ਉਸ ਵੇਲੇ। ਉਹਨਾਂ ਦੇ ਨਾਲ ਉਹਨਾਂ ਦੀ ਵੀ ਇੰਟਰਵਿਊ ਹੁੰਦੀ ਹੈ, ਉਹਨਾਂ ਦੀ ਗੱਡੀ 'ਤੇ ਬੈਠ ਕੇ ਇੰਟਰਵਿਊ ਕਰਦੇ ਆ। ਉਸ ਇੰਟਰਵਿਊ ਤੋਂ ਬਾਅਦ ਜਿੱਥੇ ਗੰਦਗੀ ਵਾਲਾ ਪਹਾੜ ਹੈ, ਜਿੱਥੇ ਮੇਨ ਉਹ ਸਾਰਾ ਹੁੰਦਾ ਹੈ, ਉੱਥੋਂ ਤੱਕ ਪਹੁੰਚ ਜਾਂਦੇ ਆ। ਹੁਣ ਆ ਜਿਵੇਂ ਤਜਿੰਦਰਪਾਲ ਮਾਨ ਲਿਖ ਰਿਹਾ ਹੈ ਰਾਜੇਵਾਲ ਦਾ ਮਾਰਚ ਕਵਰ ਨਹੀਂ ਕੀਤਾ। ਬਾਈ ਇਹ ਧਿਆਨ ਨਾਲ ਹੁਣ ਸੁਣ ਲਓ ਗੱਲ, ਇਹ ਕਾਈਂਡਲੀ ਸੁਣ ਲਿਓ ਪਲੀਜ਼। ਹੁਣ ਇਹ ਜੇ ਤਾਂ ਤੁਸੀਂ ਕ੍ਰਿਟੀਸਾਈਜ਼ ਕਰਨਾ ਹੈ ਫਿਰ ਤਾਂ ਉਹਦਾ ਕੋਈ ਮੈਂ ਜਵਾਬ ਨਹੀਂ ਦੇ ਸਕਦਾ, ਪਰ ਜੇ ਸੱਚ ਦਾ ਨਤਾਰਾ ਕਰਨਾ ਤਾਂ ਫਿਰ ਅੱਜ ਨਤਾਰਾ ਕਰਦੇ ਹਾਂ ਆਪਾਂ। ਹੁਣ ਤੁਸੀਂ ਜਾ ਕੇ ਔਨ ਏਅਰ ਦੀ 26 ਤਰੀਕ ਦੀ ਕਵਰੇਜ ਦੇਖੋ। ਜਦੋਂ ਕਨਵਰ ਹੋ ਰਹੇ ਤੇ ਸਾਰੇ ਉੱਥੇ ਉਦੋਂ ਬਾਅਦ ਹੋ ਜਾਂਦਾ ਬੈਰੀਗੇਡ ਟੁੱਟ ਕੇ, ਫਿਰ ਵਾਪਸ ਆ ਜਾਂਦੇ ਹਾਂ। ਫਿਰ ਵਾਪਸ ਆਉਣੇ ਆ ਤਾਂ ਉਦੋਂ ਤਕਰੀਬਨ ਕੋਈ 11:30 12 ਵਜੇ ਦਾ ਸਮਾਂ ਹੁੰਦਾ। ਮੈਨੂੰ ਹੁਣ ਟਾਈਮ ਯਾਦ ਨਹੀਂ, ਗਲਤ ਵੀ ਹੋ ਸਕਦਾ, ਘੰਟਾ ਲੇਟ ਵੀ ਹੋ ਸਕਦਾ। ਤਾਂ ਫਿਰ ਉੱਥੇ ਰਾਜੇਵਾਲ ਸਾਹਿਬ ਹੋਣੇ ਤੇ ਸਾਰੇ ਆਪਣੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਕਾਫਲਾ ਹੈ ਉਹ ਉੱਥੇ ਮਿਲਦਾ ਹੈ। ਸਭ ਤੋਂ ਮੂਹਰੇ ਸੰਯੁਕਤ ਕਿਸਾਨ ਮੋਰਚੇ ਦੇ ਕਾਫਲੇ 'ਚ ਗੱਡੀਆਂ ਖੜੀਆਂ, ਕਿਉਂਕਿ ਪਿੱਛੋਂ ਨਾ ਟਰੈਕਟਰ ਆ ਰਹੇ ਹੁੰਦੇ ਆ ਹੋਰ, ਤੇ ਉਹ ਗੱਡੀਆਂ ਠੱਲ ਲੈਂਦੇ ਆ ਆਪਦੀਆਂ। ਉੱਥੇ ਰਾਜੇਵਾਲ ਸਾਹਿਬ ਦੀ ਇੰਟਰਵਿਊ ਹੁੰਦੀ, ਉੱਥੇ ਮੈਂ ਪੁੱਛਦਾ ਸਵਾਲ ਉਹਨਾਂ ਨੂੰ ਵੀ ਜਿਹੜੇ ਰਾਜੇਵਾਲ ਸਾਹਿਬ ਗਏ ਨੇ ਉਹ ਕਹਿੰਦੇ ਕਿ ਉਹ ਸਾਡੇ ਬੰਦੇ ਨਹੀਂ ਹੈ ਜਿਹੜੇ ਗਏ ਹੈ। ਉਹ ਉੱਥੇ ਗੱਲ ਖਤਮ ਹੋ ਜਾਂਦੀ ਹੈ। ਛੋਟਾ ਜਿਹਾ ਇੰਟਰਵਿਊ, ਪ੍ਰਸਾਈਜ਼ ਜਿਹਾ ਇੰਟਰਵਿਊ ਰਾਜੇਵਾਲ ਸਾਹਿਬ ਉਦੋਂ ਦਿੰਦੇ ਆ। ਡੱਲੇਵਾਲ ਸਾਹਿਬ ਨੂੰ ਮੈਂ ਮਖੌਲ ਵੀ ਕਰਦਾ ਕਿ ਸਮਾਈਲ ਕਰੋ ਡੱਲੇਵਾਲ ਸਾਹਿਬ, ਅੱਜ ਆਪਣੇ ਵਾਸਤੇ ਬਹੁਤ ਵੱਡਾ ਦਿਨ ਹੈ, ਹੱਸੋ। ਉਹ ਥੋੜ੍ਹੀ ਉਹਨਾਂ ਦੀ ਸਿਹਤ ਨਾਸਾਜ਼ ਕਰਕੇ ਉਹ ਕਹਿੰਦੇ ਕਿ ਮੇਰੀ ਸਿਹਤ ਨਾਸਾਜ਼ ਹੈ, ਇਸ ਕਰਕੇ ਉਸ ਤਰ੍ਹਾਂ ਉਹਨਾਂ ਦੇ ਪੈਰ 'ਚ ਵੀ ਪ੍ਰੋਬਲਮ ਸੀਗੀ ਬਹੁਤ ਦਿਨਾਂ ਦੀ। ਹੁਣ ਅਸੀਂ ਉੱਥੇ ਰੋਜ਼ ਨਾਲ ਰਹਿੰਦੇ ਹਾਂ ਤਾਂ ਸਾਨੂੰ ਪਤਾ ਹੈ ਚੀਜ਼ਾਂ ਦਾ। ਉਹ ਸਾਨੀ ਸਾਹਿਬ ਨਾਲ ਹੁੰਦੀ ਹੈ। ਫਿਰ ਪਿੱਛੇ ਉਹਨਾਂ ਦੇ ਪਿੱਛੇ ਜਿਹੜਾ ਟਰੈਕਟਰ ਹੈ ਉਹ ਜਿਹੜਾ ਬਾਈ ਗੁਰਦੀਪ ਦਾ ਟਰੈਕਟਰ ਹੁੰਦਾ, ਜਿਹੜਾ ਝਾਕੀ ਬਣਾਈ ਹੈ, ਬਾਈ ਗੁਰਦੀਪ ਦੇ ਟਰੈਕਟਰ 'ਤੇ ਬਲਦੇਵ ਸਿੰਘ ਸਰਸਾ ਬੈਠੇ ਹੁੰਦੇ ਆ ਔਰ ਸਰਸਾ ਸਾਹਿਬ ਦੇ ਨਾਲ ਵੀ ਇੰਟਰਵਿਊ ਹੁੰਦਾ। ਸੋ ਉਹ ਸਾਰੇ ਇੰਟਰਵਿਊ ਹੁੰਦੇ। ਸੋ ਇਹ ਕਹਿਣਾ ਕਿ ਲਾਲ ਕਿਲ੍ਹਾ ਕਵਰ ਹੋ ਰਿਹਾ ਸੀ, ਇਹ ਝੂਠ ਹੈ। ਲਾਲ ਕਿਲ੍ਹੇ 'ਤੇ ਸੁਖ ਸੋਲ ਸਾਡਾ ਜਰਨਲਿਸਟ ਹੈ, ਉਹ ਸਾਡੀਆਂ 8 ਟੀਮਾਂ ਲੱਗੀਆਂ ਸੀ ਉੱਥੇ, ਉਹ ਅਲੱਗ ਤੋਂ ਉੱਧਰ ਜਾਂਦਾ ਹੈ। ਮੇਰਾ ਫੋਕਸ ਜਿਹੜਾ ਸੀ ਉਹ ਇੱਧਰ ਇਸ ਪਾਸੇ ਸੀ। ਔਰ ਅਖੀਰ 'ਤੇ ਜਦੋਂ ਲਾਸਟ 'ਤੇ ਕਾਫਲਾ ਅੱਗੇ ਜਾਂਦਾ ਹੈ ਔਰ ਫਿਰ ਉਦੋਂ ਬਾਅਦ ਸਾਰਾ ਜੋ ਕੁਛ ਹੁੰਦਾ ਉਹ ਹੋਇਆ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਹਿਣਾ ਕਿ ਅਸੀਂ ਕਵਰੇਜ ਨਹੀਂ ਕੀਤੀ ਇਹ ਰੋਂਗ ਹੈ, ਜਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਵਰੇਜ ਨਹੀਂ ਕੀਤੀ ਇਹ ਰੋਂਗ ਹੈ। ਚੈਨਲ 'ਤੇ ਪਈ ਹੈ, ਕੋਈ ਸਬੂਤ ਦੇਣ ਨੂੰ ਕਿਤੋਂ ਲਿਆਉਣਾ ਨਹੀਂ ਬਾਹਰੋਂ। ਤੁਸੀਂ ਸਕਰੋਲ ਕਰੋ, ਦੇਖੋ ਜਾ ਕੇ, ਉਹ ਸਾਰੀਆਂ ਇੰਟਰਵਿਊਜ਼ ਪਈਆਂ। ਰਾਜੇਵਾਲ ਦੀ ਸਾਹਿਬ ਦੀ ਅਲੱਗ ਤੋਂ ਇੰਟਰਵਿਊ ਚੱਲੀ ਵੀ ਇਹ ਜਿਹੜੇ ਬੰਦੇ ਉੱਧਰ ਗਏ ਉਹਨਾਂ ਬਾਰੇ ਮੈਂ ਸਵਾਲ ਕਰਦਾ। ਤਾਂ ਇਹ ਸਾਰੀ ਗੱਲ ਹੁੰਦੀ ਹੈ। ਮੈਂ ਕਲੈਰਿਟੀ ਦੇਤੀ ਬਾਈ ਜੀ, ਦੀਪ ਸਿੱਧੂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਮੈਂ ਜ਼ਿੰਮੇਦਾਰ ਹਾਂ। ਔਰ ਦੂਜੀ ਗੱਲ, ਹੁਣ ਸਭ ਤੋਂ ਵੱਡੀ ਗੱਲ ਹੈ ਕੰਟੈਂਟ ਦੀ, ਕਿ ਤੁਹਾਡਾ ਕੰਟੈਂਟ ਕੀ ਹੈ ਬਾਈ ਜੀ। ਤੁਹਾਨੂੰ ਇੱਕ ਦਿਨ ਵੀ ਜੇ ਕਿਤੇ ਮਹਿਸੂਸ ਹੋਇਆ ਹੋਵੇ ਕਿ ਜਿਹੜਾ ਕੰਟੈਂਟ ਹੈ ਉਹ ਬਾਇਸਡ ਹੈ ਜਾਂ ਜਿਸ ਤਰ੍ਹਾਂ ਨੈਸ਼ਨਲ ਮੀਡੀਆ ਪੱਤਰਕਾਰੀ ਕਰ ਰਿਹਾ ਉਸ ਤਰ੍ਹਾਂ ਦਾ ਹੈ, ਤਾਂ ਮੈਂ ਜਿੱਥੇ ਚਾਹੁੰਦੇ ਹੋ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਣ ਨੂੰ ਤਿਆਰ ਹਾਂ। ਹੁਣ ਗੱਲ ਕਰਦੇ ਹਾਂ ਕਿ ਜਿਹੜੇ ਬੰਦਿਆਂ ਨੇ ਫੈਲਾਇਆ। ਇੱਕ ਛੋਟੀ ਜਿਹੀ ਚੀਜ਼ ਨੋਟਿਸ ਕਰੋ, ਜਦੋਂ ਤੋਂ ਪੰਜਾਬ ਦਾ ਇੱਕ ਹੋਰ ਚੈਨਲ ਪੰਜਾਬ 'ਚ ਆਇਆ, ਜਦੋਂ ਤੋਂ ਔਨ ਏਅਰ ਆਇਆ, ਜਦੋਂ ਤੋਂ ਬਾਈ ਜਗਦੀਪ ਥਲੀਆ ਵਰਗੇ ਬੰਦਿਆਂ ਨੇ ਆਪਦਾ ਚੈਨਲ ਸਟਰੋਂਗ ਕੀਤਾ, ਜਦੋਂ ਤੋਂ ਰਤਨ ਧਾਲੀਵਾਲ ਵਰਗੇ ਬੰਦਿਆਂ ਨੇ ਜਿਹੜੇ RMB ਚਲਾਉਂਦੇ ਉਹਨਾਂ ਦਾ ਚੈਨਲ ਸਟਰੋਂਗ ਹੋਇਆ, ਜਦੋਂ ਤੋਂ ਨਵਰੀਤ ਵਰਗੇ ਮੁੰਡੇ ਅੱਖਰ ਚਲਾ ਕੇ ਇੱਕ ਵੱਖਰੀ ਵਧੀਆ ਜਰਨਲਿਜ਼ਮ ਪੇਸ਼ ਕਰਦੇ ਹੈ, ਜਦੋਂ ਤੋਂ ਜ਼ਿੰਦਾਬਾਦ ਚੈਨਲ ਇੱਕ ਚੱਲਦਾ ਹੈ, ਉਹ ਬਹੁਤ ਸੋਹਣਾ ਕੰਮ ਕਰ ਰਹੇ ਹੈ। ਜਦੋਂ ਇਹ ਚੈਨਲ ਆ ਜਾਂਦੇ ਹੈ, ਜਿਹੜੇ ਬੰਦੇ ਕਦੇ ਜੌਬਸ ਕਰਦੇ ਹੁੰਦੇ ਸੀਗੇ, ਸਾਰੇ ਬੰਦੇ ਇਹ ਜੌਬਸ ਕਰਦੇ ਸੀ ਕਿਸੇ ਟਾਈਮ 'ਤੇ, ਔਰ ਵੱਡੇ ਅਦਾਰਿਆਂ 'ਚ ਜੌਬਸ ਕਰਦੇ ਸੀ ਜਿਨ੍ਹਾਂ ਦਾ ਮੈਂ ਨਾਂ ਲਿਆ। ਹੁਣ ਤੁਸੀਂ ਉਹ ਦੌਰ ਲਿਆਤਾ ਕਿ ਤੁਸੀਂ ਉਹਨਾਂ ਬੰਦਿਆਂ ਨੂੰ ਮਾਣ ਦੇਣਾ ਸ਼ੁਰੂ ਕੀਤਾ ਔਰ ਉਹ ਬੰਦੇ ਰਾਈਜ਼ ਕਰਨੇ ਸ਼ੁਰੂ ਹੋਏ। ਤਾਂ ਜਦੋਂ ਇਹ ਹੁੰਦਾ ਤਾਂ ਤੁਸੀਂ ਦੇਖੋ ਕਿ ਜਦੋਂ ਉਹ ਮੇਰਾ ਵੀਰ ਇੱਕ ਸਿੰਗਰ ਜਿਹੜਾ ਲਾਈਵ ਹੋ ਕੇ ਦੋਸ਼ ਲਾਉਂਦਾ ਵੀ ਇਹ ਚੈਨਲ ਦੀਪ ਦਾ ਫਲਾਨੇ ਦਾ, ਉਸ ਮੇਰੇ ਵੀਰ ਨੇ
ਔਰ ਉਹਦੇ ਨਾਲ ਇੱਕ ਹੋਰ ਉਹਦੇ ਉਹ ਤਿੰਨ ਜਾਣੇ, ਮੈਂ ਨਾਂ ਹੀ ਲੈ ਦਿੰਦਾ, ਗਲਵ ਵੜੈਚ ਔਰ ਨਾਲ ਉਹਦੇ ਹਰਫ ਚੀਮਾ। ਇੱਕ ਦਿਨ ਇਹ ਦੋਨੋਂ ਵੀਰਾਂ ਦੀ ਇੱਕ ਇੰਟਰਵਿਊ ਪਈ ਹੈ। ਤੁਸੀਂ ਉਗਰਾਹਾਂ ਸਾਹਿਬ ਦੀ ਜਥੇਬੰਦੀ ਬਾਰੇ ਇੱਕ ਬੜੀ ਵਧੀਆ ਅਸੀਂ ਇੰਟਰਵਿਊ ਕੀਤੀ ਸੀ ਕਿ ਉੱਥੇ ਉਗਰਾਹਾਂ ਸਾਹਿਬ ਦੀ ਜਥੇਬੰਦੀ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ, ਉਹਦੇ ਬਾਰੇ ਇੱਕ ਇੰਟਰਵਿਊ ਪਈ ਹੈ ਗਲਵ ਵੜੈਚ ਤੇ ਹਰਫ ਚੀਮੇ ਦੀ ਮੇਰੀ। ਉਹ ਇੰਟਰਵਿਊ ਜਾ ਕੇ ਤੁਸੀਂ ਸੁਣੋ। ਉਸ ਇੰਟਰਵਿਊ ਤੋਂ ਪਹਿਲਾਂ ਲਗਭਗ 1.5 ਘੰਟਾ ਦੋਨਾਂ ਨਾਲ ਮੇਰੀ ਇਸ ਬਾਰੇ ਚਰਚਾ ਹੁੰਦੀ ਹੈ। ਉਹ ਮੈਨੂੰ ਇਹ ਸਵਾਲ ਪੁੱਛਦੇ ਨੇ, ਬਾਈ ਰਤਨ ਧਾਲੀਵਾਲ RMB ਵਾਲਾ ਉਹ ਵੀ ਉੱਥੇ ਮੌਜੂਦ ਸੀਗਾ। ਉਹ ਦੋਨੋਂ ਸਵਾਲ ਕਰਦੇ, ਬਾਈ ਇਹ ਸਾਨੂੰ ਗੱਲਾਂ ਆ ਰਹੀਆਂ ਵੀ ਇਹ ਚੈਨਲ ਦੇ ਵਿੱਚ ਇਸ ਤਰ੍ਹਾਂ। ਮੈਂ ਉਹਨੂੰ ਡਿਨਾਈ ਕਰਦਾ ਵੀ ਬਾਈ ਮੈਂ ਜ਼ਿੰਮੇਦਾਰ ਬੰਦਾ ਔਰ ਮੈਂ ਆਪਣੇ ਚੈਨਲ ਦੀ ਕੰਟੈਂਟ ਨੂੰ ਲੈ ਕੇ, ਆਪਣੇ ਚੈਨਲ ਨੂੰ ਲੈ ਕੇ ਔਰ ਇਹਦੀ ਮਲਕੀਅਤ ਨੂੰ ਲੈ ਕੇ ਮੈਂ ਗਰੰਟਡ ਹਾਂ। ਔਰ ਮੈਂ ਬਾਈ ਹਰਪ੍ਰੀਤ ਦਾ ਵੀ ਦੱਸਿਆ ਉਹਨਾਂ ਨੂੰ, ਮੈਂ ਮੁੱਕਰਿਆ ਝੂਠ ਕਿਉਂ ਬੋਲਣਾ ਹੈ। ਝੂਠ ਤਾਂ ਉਹ ਬੋਲਣ ਨਾ ਜਿਹੜੇ ਵੱਡੇ ਵੱਡੇ ਅਦਾਰੇ ਜਿਨ੍ਹਾਂ ਦੇ ਪਿੱਛੇ ਸਿਆਸੀ ਲੋਕਾਂ ਦੇ ਪੈਸੇ ਲੱਗੇ ਹੁੰਦੇ ਆ। ਝੂਠ ਤਾਂ ਉਹ ਬੋਲਣ। ਮੈਂ ਤਾਂ ਬਹੁਤ ਸਾਰੇ ਦੇਖੀਆਂ ਨੇ ਚੀਜ਼ਾਂ, ਮੈਂ ਬਹੁਤ ਕੁਝ ਦੇਖਿਆ ਵੀ ਕੀ ਕੁਝ ਹੁੰਦਾ ਹੈ। ਕਦੇ ਉਹਨਾਂ ਦੇ ਉੱਤੇ ਕਦੇ ਕੋਈ ਸਵਾਲ ਨਹੀਂ ਕਰਦਾ, ਕਿਉਂਕਿ ਹਿੰਮਤ ਹੀ ਨਹੀਂ ਪੈਂਦੀ ਉਹਨਾਂ ਦੇ ਮੂਹਰੇ ਸਵਾਲ ਕਰਨ ਦੀ। ਚੱਕ ਕੇ ਲੀਗਲ ਨੋਟਿਸ ਵੱਜਦੇ ਆ ਤੇ ਫਿਰ ਉਹ ਅਦਾਰੇ ਉਹਨਾਂ ਨੂੰ ਉਹ, ਕਿਉਂਕਿ ਜਿਹੜੇ ਵੱਡਾ ਅਦਾਰਾ ਹੈ ਬਾਈ ਜੀ, ਉਹਨਾਂ ਦੇ ਸਿਸਟਮ ਵੀ ਵੱਡੇ ਨੇ ਨਾ, ਉਹਨਾਂ ਨਾਲ ਮੱਥਾ ਕੌਣ ਲਾਊਗਾ। ਤਾਂ ਹੋਇਆ ਕੀ ਹੁਣ, ਜਦੋਂ ਇਹ ਉਦੋਂ ਮੈਂ ਕਲੈਰਿਟੀ ਦਿੰਨਾ। ਫਿਰ ਜਿੱਦਣ ਇਹ 26 ਤਰੀਕ ਨੂੰ ਤੁਸੀਂ ਜਾ ਕੇ ਦੇਖੋ, ਕਨਵਰ ਗਰੇਵਾਲ, ਹਰਫ ਚੀਮਾ ਬਾਈ ਤੇ ਆ ਗਲਵ ਵੜੈਚ, ਇਹ ਤਿੰਨੋਂ ਜਾਣਿਆਂ ਨਾਲ ਮੈਂ ਗੱਡੀ 'ਚ ਬਹਿਨਾ। ਲਗਭਗ 1 ਘੰਟਾ ਇਹਨਾਂ ਦੀ ਗੱਡੀ 'ਚ ਬੈਠਾ ਰਿਹਾ ਮੈਂ। ਜਿੱਥੋਂ ਲਾਈਵ ਕੀਤਾ ਮੈਂ ਸੀ ਤੇ ਇੱਕ ਸਾਥੀ ਪੱਤਰਕਾਰ ਹੋਰ ਹੈ ਪੰਜਾਬ ਦੇ ਚੈਨਲ ਦਾ, ਉਹ ਨਾਲ ਸੀ। ਅਸੀਂ ਦੋਨੋਂ ਲਾਈਵ ਕਰਦੇ ਹਾਂ ਉੱਥੋਂ। ਔਰ ਅਸੀਂ ਉੱਥੋਂ ਲਾਈਵ ਕਰਦੇ ਹਾਂ ਤਾਂ ਜੇ ਇਹਨੂੰ ਇਹ ਪਤਾ ਸੀ ਵੀ ਇਹ ਚੈਨਲ ਦੀਪ ਦਾ ਹੈ ਤਾਂ ਫਿਰ ਇਹ ਇੰਟਰਵਿਊ ਕਿਉਂ ਦਿੰਦਾ ਉਸ ਚੈਨਲ 'ਤੇ? ਫਿਰ ਇਹ ਮੈਨੂੰ ਇੰਟਰਵਿਊ ਕਿਉਂ ਦਿੰਦਾ ਉੱਥੇ? ਉਸ ਤੋਂ 5 ਘੰਟੇ ਬਾਅਦ ਇਹ ਲਾਈਵ ਹੋ ਰਿਹਾ ਬੰਦਾ ਵੀ ਇਹ ਚੈਨਲ ਇਸ ਤਰ੍ਹਾਂ ਫਲਾਨਾ ਢਿਮਕਾ ਹੈ। ਜੇ ਮੇਰੇ ਨਾਲ ਇੰਨੀ ਪ੍ਰੋਬਲਮ ਹੈ ਫਿਰ ਇਹ ਬੰਦਾ ਉੱਥੇ ਇੰਟਰਵਿਊ ਕਿਉਂ ਦੇ ਰਿਹਾ? ਰਾਈਟ। ਤਾਂ 2 ਦਿਨ ਬਾਈ ਜੀ ਮੈਂ ਚੁੱਪ ਰਿਹਾ ਕਿ ਇਹ, ਕਿਉਂਕਿ ਸੰਘਰਸ਼ ਸਾਡਾ ਹੈ ਯਾਰ, ਸੰਘਰਸ਼ ਸਾਡਾ ਹੈ। ਸੰਘਰਸ਼ ਕਿਸੇ ਹੋਰ ਦਾ ਨਹੀਂ, ਸੰਘਰਸ਼ ਸਾਡਾ ਹੈ। ਅਸੀਂ ਸੰਘਰਸ਼ ਵਾਸਤੇ ਡਟੇ ਹੋਏ ਹਾਂ। ਪੰਜਾਬ ਦਾ ਸਾਰਾ ਮੀਡੀਆ ਡਟਿਆ, ਇਕੱਲਾ ਬੰਦਾ ਡਟਿਆ। ਤਾਂ ਮੈਂ ਨਹੀਂ ਚਾਹੁੰਦਾ ਸੀ ਕਿ ਸੰਘਰਸ਼ ਦੇ ਵਿੱਚ ਇਹੋ ਜਿਹੀ ਕੋਈ ਗੱਲ ਕੀਤੀ ਜਾਵੇ, ਪਰ ਚੀਜ਼ਾਂ ਬਹੁਤ ਪਰਾਂ ਹੋਣ ਲੱਗ ਗਈਆਂ, ਇਸ ਕਰਕੇ ਮੈਨੂੰ ਐਕਸਪਲੇਨ ਕਰਨਾ ਪੈ ਰਿਹਾ। ਤਾਂ ਜਿਹੜੀ ਗੱਲ ਹੁਣ ਧਿਆਨ ਨਾਲ ਬਾਈ ਜੀ ਸੁਣਨ ਵਾਲੀ ਹੈ, ਇਹ ਜਦੋਂ ਮੇਰਾ ਵੀਰ, ਬਹੁਤ ਸਤਿਕਾਰਤ ਹੈ, ਮੈਂ ਇਸ ਬੰਦੇ ਦਾ ਬਹੁਤ ਦਿਲੋਂ ਪਿਆਰ ਕਰਨ ਵਾਲੀ ਗੱਲ ਹੈ। ਮੈਂ ਹਮੇਸ਼ਾ ਇਹਦੇ ਨਾਲ, ਮੈਨੂੰ ਚੰਗਾ ਲੱਗਦਾ ਸੀ ਇਹ ਬੰਦਾ ਵੀ ਯਾਰ ਇਹ ਹੈ, ਲੇਕਿਨ ਇਹਨੇ ਫੈਕਟਸ ਦੀ, ਫਿਰ ਮੈਂ ਇਹਨੂੰ ਫੋਨ ਕਰਦਾ ਜਦੋਂ ਇਹ ਲਾਈਵ ਹੁੰਦਾ, ਮੇਰਾ ਫੋਨ ਵੀ ਨਹੀਂ ਚੱਕਦਾ ਇਹ ਬੰਦਾ, ਮੇਰੇ ਨਾਲ ਗੱਲ ਕਰਦਾ। ਤਾਂ ਉਦੋਂ ਬਾਅਦ ਕੀ ਹੁੰਦਾ ਬਾਈ, ਤੁਸੀਂ ਦੇਖੋ 2 ਪੰਜਾਬ ਦੇ ਵੱਡੇ ਚੈਨਲ, ਨਾਲ ਦੀ ਨਾਲ ਇਹ ਗੱਲ ਵਾਲੀ ਚੱਕਦੇ ਆ ਔਰ ਲੂਪ ਲਾ ਕੇ ਚਲਾ ਦਿੰਦੇ ਆ। ਤਾਂ ਤੁਸੀਂ ਆਪ ਹੀ ਸੋਚੋ ਬਾਈ ਕਿ ਇਹਦਾ ਫਾਇਦਾ ਕਿਹਨੂੰ ਹੋ ਰਿਹਾ। ਚਲੋ ਮੇਰੇ ਤੇ ਦੋਸ਼ ਲਾ ਦਿਓਗੇ, ਮੈਂ ਹਟ ਜਾਣਾ ਬਾਈ। ਮੈਂ ਇਹ ਨਹੀਂ ਹੈ ਕਿ ਮੈਂ ਅੱਜ ਮੈਂ ਉਸ ਤਰ੍ਹਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਮੰਨ ਲਓ ਜੇ ਇਹ ਜਾਂ ਤਾਂ ਹੋਵੇ ਨਾ ਕਿ ਮੈਂ ਨਾਲ ਕਮੈਂਟਸ ਵੀ ਪੜ੍ਹ ਰਿਹਾ, ਜਾਂ ਤਾਂ ਇਹ ਹੁੰਦਾ ਕਿ ਹੁਣ ਆ ਕਮੈਂਟਸ ਵੀ ਵੀਰ ਮੇਰੇ ਕਰ ਰਹੇ ਆ, ਮੇਰੀ ਜਰਨਲਿਜ਼ਮ ਤੇ ਕੋਈ ਸਵਾਲ ਹੈ ਤਾਂ ਦੱਸੋ, ਔਨ ਏਅਰ ਦੀ ਜਰਨਲਿਜ਼ਮ ਤੇ ਕੋਈ ਸਵਾਲ ਹੈ ਤਾਂ ਦੱਸੋ। ਔਨ ਏਅਰ ਦੇ ਤੁਸੀਂ ਜਿਹੜੀ ਕੰਪਨੀ ਹੈ ਉਹਦੇ ਵਿੱਚ ਤੁਸੀਂ ਕਿਸੇ ਦਾ ਹਿੱਸੇਦਾਰੀ ਐਵੇਂ ਹੀ ਲਿਖ ਦਿੰਦੇ ਹੋ। ਉਹ ਇੱਕ ਅੱਜ ਹੋਰ ਮੈਸੇਜ ਚੱਲਿਆ, ਉਹਦੇ 'ਚ ਪਤਾ ਨਹੀਂ ਕੀ ਲਿਖਿਆ ਹੋਇਆ, ਉਸ ਮੈਸੇਜ ਦੇ ਵਿੱਚ ਬਹੁਤ ਪੁੱਠਾ ਸਿੱਧਾ ਲਿਖਿਆ ਹੋਇਆ। ਤਾਂ ਹੋਇਆ ਕੀ ਕਿ ਤੁਸੀਂ ਦੇਖੋ ਕਿ ਜਦੋਂ ਉਹ ਬੋਲਦਾ ਉਸ ਤੋਂ ਬਾਅਦ ਨਾਲ ਦੀ ਨਾਲ ਜਾਂ ਤਾਂ ਤੁਸੀਂ ਉਹਦੇ ਤੋਂ ਸਬੂਤ ਮੰਗੋ। ਹੁਣ ਉਹ ਕਹੇ ਵੀ ਬਾਈ ਹਰਪ੍ਰੀਤ ਉਹਦੇ ਨਾਲ ਐਸੋਸੀਏਟਡ ਹੈ, ਵਪਾਰੀ ਬੰਦਾ ਤਾਂ ਕਿਸੇ ਨਾਲ ਵੀ, ਉਹਨੇ ਆਪਣੀ ਕੋਈ ਫਿਲਮ ਵੀ ਬਣਾਉਣੀ ਹੋਣੀ ਹੈ, ਉਹ ਕਿਤੇ ਹੋਰ ਵੀ ਜਾਊਗਾ। ਉਹ ਜੇ ਮੇਰੇ ਨਾਲ ਫਾਈਨੈਂਸ਼ੀਅਲੀ ਕਿਸੇ ਨੇ ਸਪੋਰਟ ਕੀਤੀ ਇਹਦਾ ਮਤਲਬ ਇਹ ਥੋੜ੍ਹੀ ਵੀ ਚੈਨਲ ਉਹਦਾ ਹੋ ਗਿਆ ਜਾਂ ਉਹ ਚੈਨਲ ਉਹਦੇ ਹਿਸਾਬ 'ਤੇ ਚੱਲੂਗਾ। ਚੈਨਲ ਤਾਂ ਮੈਂ ਹੀ ਹੈ, ਮੇਰਾ ਹੈ ਯਾਰ ਚੈਨਲ, ਮੈਂ ਮਾਲਕ ਹਾਂ, ਮੇਰੇ ਹਿਸਾਬ 'ਤੇ ਚੱਲੂਗਾ। ਮੈਂ ਚੈਨਲ ਦੀ ਕੰਟੈਂਟ ਦੀ ਜ਼ਿੰਮੇਵਾਰੀ ਲੈਣਾ। ਔਰ ਜੇ ਅੱਗੇ ਜਾ ਕੇ ਪੰਜਾਬ ਨੂੰ ਕਦੇ ਵੀ ਲੱਗੇ ਕਿ ਅਸੀਂ ਬਾਇਸਡ ਹਾਂ ਜਾਂ ਅਸੀਂ ਕਦੇ ਕਿਸੇ ਇੱਕ ਪਾਰਟੀ ਦੀ ਪੱਖ ਪੂਰ ਰਹੇ ਹਾਂ ਜਾਂ ਅਸੀਂ ਕਿਤੇ ਪੱਤਰਕਾਰੀ ਦੇ ਵਿੱਚ ਸੰਘਰਸ਼ ਨੂੰ ਢਾਹ ਲਾ ਰਹੇ ਹਾਂ, ਤਾਂ ਅਸੀਂ ਜ਼ਿੰਮੇਵਾਰੀ ਹੈ। ਕਿਤੇ ਚੱਲਿਆ ਥੋੜ੍ਹੀ ਹੈ ਸਿਮਰਨਜੋਤ ਮੱਕੜ, ਉੱਥੇ ਹੀ ਸੰਘਰਸ਼ 'ਚ ਹੀ ਹੁੰਨਾ ਬਾਈ ਜੀ। ਉਸ ਸੰਘਰਸ਼ 'ਚ ਤੁਸੀਂ ਹੀ ਬਣਾਇਆ ਔਨ ਏਅਰ ਨੂੰ ਬਣਾਉਣ ਵਾਲੇ ਤੁਸੀਂ ਹੀ ਹੋ। ਔਰ ਇਹ ਸਮਾਂ ਇੱਕ ਹੋਣ ਦਾ ਹੈ। ਜਿਹੜੇ ਲੋਕ ਉੱਠ ਕੇ ਲਾਈਵਾਂ ਕਰੀ ਜਾਂਦੇ ਆ, ਤੁਹਾਨੂੰ ਨਹੀਂ ਲੱਗਦਾ ਇਹ ਸਮਾਂ ਇੱਕ ਹੋਣ ਦਾ? ਹੁਣ ਜੋ ਹੋ ਗਿਆ ਉਹਨੂੰ ਪਿੱਛੇ ਛੱਡੋ, ਜੋ ਹੋ ਗਿਆ ਉਹਨੂੰ ਮਗਰ ਛੱਡ ਦਿਓ।
ਇਹ ਸੰਘਰਸ਼ ਨੂੰ ਪਾਰ ਲਾ ਲਈਏ, ਉਸ ਤੋਂ ਬਾਅਦ ਇਹ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ। ਜਥੇਬੰਦੀਆਂ ਨੇ, ਟਕੈਤ ਸਾਹਿਬ ਨੇ ਜਿਵੇਂ ਮੋਰਚਾ ਸੰਭਾਲ ਲਿਆ, ਜਥੇਬੰਦੀਆਂ ਉਦੋਂ ਬਾਅਦ ਦੁਬਾਰਾ ਮੂਹਰੇ ਆ ਗਈਆਂ। ਔਰ ਪਹਿਲੇ ਦਿਨ ਤੋਂ ਅਸੀਂ ਬਹੁਤ ਸਾਰੀਆਂ ਉੱਥੇ ਇਹੋ ਜਿਹਾ ਕੁਛ ਸੀਗਾ ਜਿਹੜਾ ਸਾਨੂੰ ਇਹ ਲੱਗਦਾ ਹੁੰਦਾ ਸੀਗਾ ਯਾਰ ਕਿ ਆਪਣਾ ਸੰਘਰਸ਼ ਹੈ ਯਾਰ, ਇਹ ਕੱਲਾ ਕੱਲਾ ਪੱਤਰਕਾਰ, ਮੈਂ ਹੁਣ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ, ਕੱਲੇ ਕੱਲੇ ਪੱਤਰਕਾਰ ਨੇ। ਔਰ ਤੁਸੀਂ ਇਹ ਦੇਖੋ ਉਹਦਾ ਫਾਇਦਾ ਕਿਹਨੂੰ ਹੋ ਰਿਹਾ। ਜੇ ਅੱਜ ਔਨ ਏਅਰ 'ਤੇ ਮੇਰੇ 'ਤੇ ਤੁਸੀਂ ਸਵਾਲ ਕਰ ਦਿਓਗੇ ਤਾਂ ਜਿਹੜੇ ਲਾਈਵ ਚਲਾ ਰਹੇ ਆ ਚੈਨਲ, ਉਹਨੂੰ ਵੱਡੇ ਚੈਨਲ ਯਾਰ, ਪੰਜਾਬ ਦੇ ਵੱਡੇ ਮਾਲਕ, ਬਹੁਤ ਵੱਡੇ ਮਾਲਕ ਨੇ ਜਿਹੜੇ, ਉਹ ਬੰਦੇ ਉਹਨੂੰ ਲਾਈਵ ਚਲਾ ਰਹੇ, ਉਹਨੂੰ ਲੂਪ 'ਤੇ ਲਾ ਕੇ ਛੱਡ ਰਹੇ ਹੈ। ਤਾਂ ਤੁਸੀਂ ਆਪ ਹੀ ਸੋਚੋ ਬੈਨੀਫਿਟ ਕਿਹਦਾ ਹੋ ਰਿਹਾ। ਜਿਹੜੇ ਆਲਰੇਡੀ ਡਿਸਕ੍ਰੈਡਿਟਡ ਨੇ, ਜਿਹੜੇ ਆਲਰੇਡੀ ਬੰਦੇ ਆਪਦੀ ਪੱਤਰਕਾਰੀ ਕਰਕੇ ਆਪਦਾ ਇਹ ਗਵਾ ਚੁੱਕੇ ਨੇ, ਉਹ ਬੰਦੇ ਰੈਗੂਲਰਲੀ ਉਹਨੂੰ ਚਲਾ ਰਹੇ ਆ। ਔਰ ਇਹ ਵੀ ਇੱਕ ਗੱਲ ਹੁੰਦੀ, ਕੋਈ ਚੈਨਲ ਦੂਸਰੇ ਚੈਨਲ ਦੇ ਖਿਲਾਫ ਨਹੀਂ ਚਲਾਉਂਦਾ ਹੁੰਦਾ, ਪਰ ਉਹ ਚਲਾ ਰਹੇ ਹੈ। ਕਿਉਂ ਚਲਾ ਰਹੇ ਹੈ? ਇੱਕ ਇਹਦਾ ਟਾਈਮ ਹੈ। ਮੈਂ ਰਿਸਪੌਂਸੀਬਲ ਹਾਂ ਜਰਨਲਿਜ਼ਮ ਦੇ ਲਈ। ਹੁਣ ਤੱਕ ਸੰਘਰਸ਼, ਜਦੋਂ ਮੈਂ ਗੱਲ ਕੀਤੀ ਸੀ ਨਾ 5 ਜੂਨ ਨੂੰ, ਮੇਰੇ ਯਾਦ ਹੈ ਆਲਮਗੀਰ ਸਾਹਿਬ ਮੀਟਿੰਗਸ ਹੁੰਦੀਆਂ ਸੀਗੀਆਂ। ਬਹੁਤ ਘੱਟ ਲੋਕ ਜਾਣਦੇ ਹੋਣੇ ਆ, ਬਹੁਤ ਘੱਟ ਪੱਤਰਕਾਰ ਵੀ ਇਹ ਗੱਲ ਜਾਣਦੇ ਹੋਣੇ ਆ। ਥੋੜ੍ਹੇ ਦਿਨ ਪਹਿਲਾਂ ਰਾਜੇਵਾਲ ਸਾਹਿਬ ਨਾਲ ਟੈਂਟ 'ਚ ਬੈਠ ਕੇ ਮੈਂ ਡਿਸਕਸ ਵੀ ਕੀਤਾ ਉਹਨਾਂ ਨਾਲ। ਮੈਂ ਕਿਹਾ ਤੁਹਾਡੇ ਯਾਦ ਹੈ ਆਲਮਗੀਰ ਸਾਹਿਬ, ਉਦੋਂ 13 ਲੀਡਰ ਇਕੱਠੇ ਹੋਏ, ਪਹਿਲੀ ਵਾਰ ਉਹ ਇੰਟਰਵਿਊ ਸੀਗਾ ਜਿੱਥੇ ਲੱਖੋਵਾਲ ਸਾਹਿਬ, ਰਾਜੇਵਾਲ ਸਾਹਿਬ, ਸਤਨਾਮ ਸਾਨੀ ਸਾਹਿਬ, ਕਾਦੀਆਂ ਸਾਹਿਬ ਅਤੇ ਡੱਲੇਵਾਲ ਸਾਹਿਬ, ਇਹਨਾਂ ਪੰਜਾਂ ਦੀ ਉਹ ਇੰਟਰਵਿਊ ਕੀਤੀ ਸੀ ਕਿ ਬਹੁਤ ਦੇਰ ਬਾਅਦ ਜਥੇਬੰਦੀਆਂ ਇਕੱਠੀਆਂ ਹੋਈਆਂ। ਫਿਰ 13 ਹੋਈਆਂ, 13 ਤੋਂ ਫਿਰ ਅਗਲੀ ਕਮੇਟੀ ਬਣੀ ਜਿਹੜੀ ਬਾਕੀਆਂ ਨਾਲ ਗੱਲਬਾਤ ਕਰੂ। ਫਿਰ 32 ਦੀ ਜਥੇਬੰਦੀ ਬਣੀ। ਫਿਰ ਦੇਸ਼ 'ਚ 452 ਇਕੱਠੀਆਂ ਹੋਈਆਂ। ਉਦੋਂ ਤੋਂ ਸੰਘਰਸ਼ ਦੇ ਨਾਲ ਜੁੜਿਆ ਹੋਇਆ ਬੰਦਾ ਅੱਜ ਇਹ ਗੱਲ 'ਤੇ ਸਵਾਲ ਆ ਜੇ ਤਾਂ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਕਿ ਸੰਘਰਸ਼ 'ਚ ਡਟੇ ਹਾਂ, ਡਟੇ ਰਵਾਂਗੇ, ਦਿਨ ਰਾਤ ਲੱਗੇ ਰਵਾਂਗੇ। ਔਰ ਗਲਬ ਬਾਈ ਵਰਗਿਆਂ ਨੂੰ ਵੀ ਇਹ ਹੈ ਕਿ ਕਨਫਰਮ ਕਰੇ ਬਿਨਾਂ ਐਡੀ ਵੱਡੀ ਢਾਹ ਸੰਘਰਸ਼ ਨੂੰ ਨਾ ਲਾਓ ਕਿ ਪੰਜਾਬ ਦੇ ਇਹ ਏਕਾ ਬਣਾਉਣ ਦਾ ਟਾਈਮ ਹੈ, ਏਕੇ ਨਾਲ ਚੱਲਣ ਦਾ ਟਾਈਮ ਹੈ। ਔਰ ਜੇ ਕੋਈ ਮੇਰੀ ਜਰਨਲਿਜ਼ਮ ਦੇ ਵਿੱਚ, ਮੇਰੀ ਪੱਤਰਕਾਰੀ ਦੇ ਵਿੱਚ ਜੇ ਕੋਈ ਸੰਘਰਸ਼ ਨੂੰ ਢਾਹ ਲੱਗਣ ਦੀ ਗੱਲ ਆਊਗੀ ਤਾਂ ਸਭ ਤੋਂ ਮੈਂ ਉੱਥੇ ਮੂਹਰੇ ਖੜ੍ਹਾਂ। ਤੁਸੀਂ ਮੇਰੇ ਤੋਂ ਹਮੇਸ਼ਾ ਜਵਾਬ ਲੈਣ ਦੇ ਹੱਕਦਾਰ ਹੋ। ਪਹਿਲਾਂ ਵੀ ਤੁਸੀਂ ਹਮੇਸ਼ਾ ਪਿਆਰ ਦਿੱਤਾ ਤਾਂ ਜਵਾਬ ਜਦੋਂ ਲਏ ਹੈ, ਜਵਾਬ ਵੀ ਦਿੱਤੇ ਹੈ। ਸੋ ਅੰਦੋਲਨ ਵੱਡਾ ਹੈ, ਬਾਕੀ ਸਾਰੀਆਂ ਚੀਜ਼ਾਂ ਛੋਟੀਆਂ ਨੇ। ਅੰਦੋਲਨ ਦੇ ਵਿੱਚ ਡਟ ਕੇ ਖੜ੍ਹੇ ਹਾਂ, ਡਟ ਕੇ ਖੜ੍ਹੇ ਰਵਾਂਗੇ। ਔਰ ਬਾਈ ਯਾਦਵਿੰਦਰ ਵੀ ਬਹੁਤ ਵਧੀਆ ਕੰਮ ਕਰ ਰਿਹਾ। ਸ਼ੁਰੂ 'ਚ ਬਹੁਤ ਕੁਝ ਹੋਇਆ, ਅਸੀਂ ਇਕੱਠਿਆਂ ਦੀ ਫੋਟੋ ਪਾਈ ਫਿਰ ਇੱਕ ਦਿਨ ਵੀ ਆਹ ਖੜ੍ਹੇ ਹਾਂ ਯਾਰ ਨਾਲ। ਹਰੇਕ ਚੀਜ਼ ਨੂੰ ਡਿਫੀਟ ਕੀਤਾ ਸਾਰਿਆਂ ਨੇ। ਔਰ ਸਾਰੇ ਬੰਦੇ ਸਿਰ ਜੋੜ ਕੇ ਖੜ੍ਹੇ ਆ, ਸਾਰੇ ਬੰਦੇ ਮਿਹਨਤ ਕਰ ਰਹੇ ਆ ਉੱਥੇ। ਸੰਘਰਸ਼ ਅਸਲ ਹੁਣ ਸ਼ੁਰੂ ਹੋਇਆ। ਸਾਨੂੰ ਭਰੋਸਾ ਬਣਾਈ ਰੱਖਣਾ ਪੈਣਾ। ਹਾਂ, ਜੇ ਕਿਤੇ ਮੈਂ ਪਰਸਨਲ ਆਪਦੇ ਮੈਸੇਜ ਦੇ ਉੱਤੇ ਮੈਂ ਜ਼ਰੂਰ ਲਿਖਿਆ ਉਦੋਂ ਕਿ ਮੈਨੂੰ ਲੱਗਦਾ ਸੀ ਇਹਦਾ ਵਿਰੋਧ ਹੋਊਗਾ। ਮੈਂ ਅੱਜ ਇਹ ਮਹਿਸੂਸ ਕਰਦਾ ਕਿ ਉਹ ਚੀਜ਼ਾਂ ਨਹੀਂ ਲਿਖਣੀਆਂ ਚਾਹੀਦੀਆਂ ਸੀਗੀਆਂ। ਔਰ ਔਨ ਏਅਰ ਮੈਂ ਕੰਪਨੀ ਦੇ ਵਿੱਚ ਮਾਲਕ ਹਾਂ। ਔਰ ਜੇ ਇਸ ਗੱਲ ਦੀ ਕਿਸੇ ਨੂੰ ਵੀ ਕਦੇ ਕੋਈ ਤੁਹਾਨੂੰ ਗਰੰਟੀ ਚਾਹੀਦੀ ਹੈ, ਤੁਸੀਂ ਮੇਰੇ ਕੋਲੋਂ ਜਦੋਂ ਮਰਜ਼ੀ ਇਸ ਗੱਲ ਦਾ ਪ੍ਰੂਫ ਲੈ ਸਕਦੇ ਹੋ। ਮੈਂ ਅੱਜ ਵੀ ਇਹ ਪ੍ਰੂਫ ਦੇਣ ਨੂੰ ਤਿਆਰ ਹਾਂ। ਔਰ ਦੂਜੀ ਗੱਲ ਹੈ ਕਿ ਖਬਰਾਂ ਦੇਖੋ, ਜੇ ਖਬਰ ਦੇ ਵਿੱਚ ਕਿਤੇ ਸਵਾਲ ਉੱਠਦਾ ਤਾਂ ਸਵਾਲ ਕਰੋ। ਸੋ ਬਹੁਤ ਧੰਨਵਾਦ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੂਨ ਤੋਂ ਲੱਗੇ ਹਾਂ ਹੁਣ ਤਾਈਂ। ਔਰ ਜਿਹੜੇ ਥੋੜ੍ਹੇ ਬਹੁਤ ਲੋਕ ਜਿਹੜੇ ਡਰਾਉਣ ਦੀ ਕੋਸ਼ਿਸ਼, ਜਿਹੜੇ ਉਹ ਗ੍ਰਾਫਿਕ ਬਣ ਰਹੇ ਨਾ, ਸੱਚ ਉਹਦੀ ਗੱਲ ਕਰਨੀ ਬਹੁਤ ਇੰਪੋਰਟੈਂਟ ਹੈ, ਮੈਂ ਭੁੱਲ ਚੱਲਿਆ ਸੀ ਦੋਸਤੋ। ਇਹ ਗ੍ਰਾਫਿਕਸ ਬਣੇ ਸੀਗੇ ਜਿਹੜੇ ਔਨ ਏਅਰ ਦੇ ਬਣੇ। ਤੁਸੀਂ ਨਾ ਉਹਨਾਂ ਗ੍ਰਾਫਿਕਸ ਨੂੰ ਦੇਖੋ, ਉਹ ਪ੍ਰੋਪਰ ਅਦਾਰਿਆਂ ਦੇ ਜਿਵੇਂ ਗ੍ਰਾਫਿਕ ਬਣਦੇ ਆ। ਹੁਣ ਤੁਸੀਂ ਇਸ਼ਾਰਾ ਸਮਝ ਜਾਓ ਤਾਂ ਠੀਕ ਹੈ, ਨਾਮ ਲੈਣਾ, ਜਿਹੜੇ ਫੌਂਟ ਚੈੱਕ ਕਰੋ ਉਹਦਾ। ਤੁਸੀਂ ਸਿਰਫ ਇੰਨੀ ਗੱਲ ਦੇਖਿਓ, ਜਿਹੜਾ ਉਸ ਗ੍ਰਾਫਿਕ ਦੇ ਵਿੱਚ ਫੌਂਟ ਯੂਜ਼ ਕੀਤਾ ਹੋਇਆ, ਪੰਜਾਬ ਦਾ ਕਿਹੜਾ ਅਦਾਰਾ ਹੈ ਜਿਹੜਾ ਉਹ ਫੌਂਟ ਯੂਜ਼ ਕਰਦਾ ਹੈ, ਤੁਸੀਂ ਉਹ ਦੇਖਿਓ ਜਾ ਕੇ। ਔਰ ਗ੍ਰਾਫਿਕ ਦਾ ਸਟਾਈਲ ਦੇਖਿਓ, ਪੰਜਾਬ ਦੇ ਕਿਹੜੇ ਅਦਾਰੇ ਦੇ ਥੰਬਨੇਲ ਉਹੋ ਜਿਹੇ ਬਣੇ ਹੁੰਦੇ ਆ, ਉਹ ਦੇਖਿਓ ਜਾ ਕੇ ਤੁਸੀਂ। ਔਰ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਉਹ ਜਿਹੜਾ ਗ੍ਰਾਫਿਕ ਹੈ ਉਹ ਕਿੱਥੇ ਬਣਿਆ। ਔਰ ਉਹ ਗ੍ਰਾਫਿਕ ਦਾ ਜਿਹੜਾ ਉਹਦਾ ਬਣਿਆ ਹੋਇਆ ਹੈ, ਉਹਦਾ ਫੌਂਟ ਹੈ ਜਿਹੜਾ ਅਦਾਰਾ ਯੂਜ਼ ਕਰਦਾ ਹੈ। ਬਾਲੇ ਸਮਾਰਟ ਲੋਕ ਵੀ ਫਸ ਜਾਂਦੇ ਹੈ। ਤਾਂ ਉਹ ਹੋਇਆ ਔਰ ਉਹ ਉੱਥੋਂ ਚੱਲਿਆ। ਤੁਸੀਂ ਦੇਖੋ ਪਿਛਲੇ 2-3 ਦਿਨਾਂ ਤੋਂ ਕਵਰੇਜ ਘੱਟ ਗਈ ਕਿਉਂਕਿ ਬਹੁਤ ਮਾਹੌਲ ਉੱਦਾਂ ਦਾ ਬਣ ਗਿਆ। ਸਟਾਫ ਨੂੰ ਬਹੁਤ ਉਹਨਾਂ ਨੂੰ ਇੱਕ ਕੰਫਰਟ ਤੋਂ ਬਾਹਰ ਆਉਂਦੇ ਉਹਨਾਂ ਨੂੰ ਸਮਝਾਉਣਾ,
ਔਰ ਇਸ ਦੌਰ ਦੇ ਵਿੱਚ ਕਿ ਨਹੀਂ ਕੁਛ ਨਹੀਂ ਹੁੰਦਾ, ਸੰਘਰਸ਼ ਆਪਣਾ ਹੈ, ਡਟ ਕੇ ਲੱਗੇ ਰਹੋ ਸੰਘਰਸ਼ ਦੇ ਵਿੱਚ। ਇੱਕ ਇੱਕ ਦਿਨ ਆਪਾਂ ਲਾਇਆ ਸਾਰਿਆਂ ਨੇ ਸੰਘਰਸ਼ ਦੇ ਵਿੱਚ, ਔਰ ਇਹ ਲੜਾਈ ਹੁਣ ਇਹ ਪਹਿਲਾਂ ਨਾਲੋਂ ਵੀ ਵੱਧ ਹੁਣ ਸਾਡੀ ਆਪਣੀ ਲੜਾਈ ਹੈ, ਔਰ ਇਸ ਲੜਾਈ ਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ, ਚਾਹੇ ਸਾਨੂੰ ਕੋਈ ਕੁਛ ਕਹੀ ਜਾਵੇ। ਉੱਥੇ ਦਿੱਲੀ ਦੇ ਵਿੱਚ, ਔਰ ਇਹ ਵੀ ਇੱਕ ਤਹਈਆ ਦੋਸਤੋ ਕਿ ਬਹੁਤ ਵਾਰੀ ਹੋਇਆ ਕਿ ਸੰਘਰਸ਼ ਦੇ ਵਿੱਚ ਆਗੂਆਂ ਨੂੰ ਸਵਾਲ ਹੁੰਦੇ, ਆਗੂਆਂ ਦੇ ਬਾਰੇ ਗੱਲਬਾਤ ਹੁੰਦੀ ਸੀ। ਮੈਂ ਅੱਜ ਇਹ ਮਹਿਸੂਸ ਕਰਦਾ ਕਿ ਪੱਤਰਕਾਰੀ ਦੇ ਤੌਰ 'ਤੇ ਨੋ ਡਾਊਟ ਤੁਹਾਨੂੰ ਸਵਾਲ ਕਰਨੇ ਪੈਂਦੇ ਹੈ। ਮੈਂ ਅੱਜ ਕਹਿੰਦਾ ਆਓ ਪੰਜਾਬ ਦੇ ਸਾਰੇ ਮੀਡੀਆ ਨੂੰ ਕਿ ਆਗੂਆਂ ਦੇ ਨਾਲ ਸਿਰ ਲਾ ਕੇ ਖੜ ਜਾਂਦੇ ਹਾਂ, ਸਵਾਲ ਬਾਅਦ 'ਚ ਕਰ ਲਾਂਗੇ। ਸੰਘਰਸ਼ ਵੱਡਾ ਹੈ। ਛੋਟੀ ਜੀ ਗਲਤੀ ਤੋਂ ਜੋ ਕੁਛ ਬਦਲ ਦਿੱਤਾ ਸੀਗਾ ਕੇਂਦਰ ਨੇ, ਔਰ ਜੋ ਕੁਛ ਹੋ ਚੱਲਿਆ ਸੀਗਾ ਉਹ ਸੰਭਾਲ ਲਿਆ। ਦੋਸਤੋ ਮੈਨੂੰ ਲੱਗਦਾ ਕਿ ਸਾਰਿਆਂ ਦੇ ਹਿੱਤ ਛੋਟੇ ਨੇ, ਸਾਰੇ ਛੋਟੇ ਨੇ, ਸੰਘਰਸ਼ ਬਹੁਤ ਵੱਡਾ ਹੈ। ਇਸ ਕਰਕੇ ਸੰਘਰਸ਼ ਜਿਹੜਾ ਉਹਦੇ ਵਾਸਤੇ ਜੋ ਹੋ ਸਕਦਾ, ਸੰਘਰਸ਼ ਵਾਸਤੇ ਜੋ ਹੋਊਗਾ ਉਹ ਕਰਨ ਨੂੰ ਤਿਆਰ ਆ। ਔਰ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪੈਣਾ ਸਾਨੂੰ, ਇੱਕ ਦੂਜੇ 'ਤੇ ਦੋਸ਼ ਲਾਉਣੇ ਬੰਦ ਕਰਨੇ ਪੈਣੇ ਆ। ਔਰ ਜਿਹੜੇ ਇਹ ਬਰਦਾਸ਼ਤ ਨਹੀਂ ਕਰ ਰਹੇ ਸੀਗੇ ਕਿ ਇਹ ਉੱਠਣ, ਇਹ ਬੰਦੇ ਆਉਣ, ਤੁਸੀਂ ਦੇਖੋ ਉਹ ਸਾਰੇ ਦਿਨ ਰਾਤ ਇੱਕ ਲੱਗੇ ਪਏ ਨੇ ਮਿਹਨਤ ਕਰਕੇ। ਸੋ ਇਹ ਤੁਸੀਂ ਫੈਸਲਾ ਕਰਨ ਵਾਲੇ ਤੁਸੀਂ ਹੋ, ਤੁਸੀਂ ਹੀ ਫੈਸਲਾ ਕਰਕੇ ਦੱਸਣਾ। ਔਰ ਜੇ ਤੁਹਾਨੂੰ ਕਦੇ ਲੱਗੂਗਾ ਕਿ ਪੱਤਰਕਾਰੀ ਬਾਇਸਡ ਹੈ, ਪੱਤਰਕਾਰੀ 'ਚ ਕੋਈ ਦਿੱਕਤ ਹੈ, ਔਨ ਏਅਰ ਦੇ ਕੰਟੈਂਟ 'ਚ ਕਦੇ ਵੀ ਤੁਹਾਨੂੰ ਲੱਗੇ ਕਿ ਇਹ ਕਿਸੇ ਦਾ ਪੱਖ ਪੂਰ ਰਿਹਾ ਜਾਂ ਕਿਸੇ ਦੇ ਨਜਾਇਜ਼ ਖਿਲਾਫ ਚੱਲ ਰਿਹਾ, ਤਾਂ ਇਸ ਸਵਾਲ ਦਾ ਜਵਾਬ ਹਮੇਸ਼ਾ ਤੁਹਾਡੀ ਕਚਹਿਰੀ 'ਚ ਆ ਕੇ ਦੇਵਾਂਗੇ। ਔਰ ਜਿਹੜੇ ਲੋਕ ਸਿਰਫ ਆਪਦੀ ਪਬਲਿਸਿਟੀ ਵਾਸਤੇ, ਸਿਰਫ ਆਪਣੇ ਚਾਰ ਦਿਨ ਦੇ ਆਪਦੇ ਵੀ ਇਹ ਇੱਦਾਂ ਕਰਕੇ ਅਸੀਂ ਪਤਾ ਨਹੀਂ ਕੀ ਕਰ ਲਾਂਗੇ, ਉਹ ਲੋਕ ਹੱਥ ਜੋੜ ਕੇ ਬੇਨਤੀ ਹੈ ਕਿ ਬਾਈ ਆਪਦੇ ਜਿਹੜੇ ਤੁਹਾਡੇ ਨਿੱਜੀ ਹਿੱਤ ਨੇ ਉਹ ਕਿਤੇ ਹੋਰ ਕਰ ਲਿਓ। ਜੇ ਜਿੱਥੇ ਸਾਡੇ ਤੋਂ ਗਲਤੀਆਂ ਹੋਈਆਂ ਔਨ ਏਅਰ, ਜਾਂ ਮੇਰੇ ਤੋਂ ਵੀ ਜਿੱਥੇ ਕੋਈ ਗਲਤੀ ਹੋਈ ਹੈ, ਉੱਥੇ ਉਸ ਗੱਲ ਦੀ ਮੈਂ ਤੁਹਾਡੇ ਸੰਗਤ ਤੋਂ ਮਾਫੀ ਵੀ ਹੈ, ਸਾਰੇ ਦੇਖਣ ਵਾਲਿਆਂ ਤੋਂ। ਪਰ ਅਸੀਂ ਦਿਨ ਰਾਤ ਹੋਰ ਇੱਕ ਕਰਾਂਗੇ। ਔਰ ਸੰਘਰਸ਼ ਦੇ ਵਾਸਤੇ ਹੁਣ ਤੱਕ ਐਕਸਪੋਜ਼ ਕੀਤਾ ਕੇਂਦਰ ਨੂੰ, ਹੁਣ ਤੱਕ ਪੁਲਿਸ ਨੂੰ ਐਕਸਪੋਜ਼ ਕੀਤਾ ਜਿਵੇਂ ਗਲਤ ਕਰਦੀ ਆਈ ਹੈ, ਤਾਂ ਅੱਗੇ ਵੀ ਅਸੀਂ ਐਕਸਪੋਜ਼ ਕਰਦੇ ਰਵਾਂਗੇ। ਸੰਘਰਸ਼ ਵੱਡਾ ਹੈ, ਸੰਘਰਸ਼ ਤੋਂ ਵੱਡਾ ਕੋਈ ਨਹੀਂ ਹੈ। ਔਰ ਪੰਜਾਬ ਸੰਘਰਸ਼ ਜਿੱਤ ਕੇ ਵਾਪਸ ਆਊਗਾ, ਇਸ ਗੱਲ ਵਾਸਤੇ ਅਸੀਂ ਵਚਨਬੱਧ ਰਵਾਂਗੇ। ਸੋ ਮੈਂ ਫਿਰ ਕਲੀਅਰ ਕਰ ਦਿੰਦਾ, ਕਿਸੇ ਦਾ, ਦੀਪ ਦਾ ਕੋਈ ਇਸ ਦੇ ਵਿੱਚ ਲੈਣਾ ਦੇਣਾ ਨਹੀਂ ਹੈ, ਔਰ ਉਹ ਚੈਨਲ ਦੇ ਵਿੱਚ ਉਹਦਾ ਕੋਈ ਮਤਲਬ ਨਹੀਂ ਹੈ ਉਸ ਬੰਦੇ ਦਾ। ਸੋ ਬਹੁਤ ਧੰਨਵਾਦ। ਤੁਸੀਂ ਸਭ ਤੋਂ ਪਹਿਲਾਂ ਵਿਰੋਧ ਕੀਤਾ। ਮੈਂ ਤਾਂ ਕਹਿ ਰਿਹਾ ਜੀ ਕਿ ਉਹ ਚੀਜ਼ਾਂ ਨੂੰ ਹੁਣ ਪਿੱਛੇ ਛੱਡ ਦਈਏ। ਉਹ ਵਿਰੋਧ ਨਹੀਂ ਸੀਗਾ, ਮੇਰੀ ਇੱਕ ਪੱਤਰਕਾਰ ਹੋਣ ਦੇ ਨਾਤੇ ਇੱਕ ਐਂਟੀਸਪੇਸ਼ਨ ਸੀ। ਮੈਨੂੰ ਲੱਗਿਆ ਕਿ ਵਿਰੋਧ ਹੋਊਗਾ ਤਾਂ ਲਿਖੀ ਸੀ। ਉਹਨੂੰ ਹੁਣ ਬਣਾ ਕੇ ਕੁਝ ਹੋਰ ਹੀ ਜੋੜੀਆਂ ਜਾ ਰਹੀਆਂ ਉਹਨਾਂ ਚੀਜ਼ਾਂ ਨੂੰ। ਸੋ ਇੱਕ ਸਿਰ ਜੋੜ ਕੇ ਸੰਘਰਸ਼ ਨੂੰ ਵੱਡਾ ਕਰੀਏ, ਹੋਰ ਸੰਘਰਸ਼ ਵਾਸਤੇ ਲੜੀਏ। ਸੰਘਰਸ਼ ਹੀ ਸਭ ਕੁਛ ਹੈ, ਅਸੀਂ ਸਭ ਛੋਟੇ ਹਾਂ। ਸੋ ਜੇ ਕੋਈ ਵੀ ਇਹੋ ਜਿਹੀ ਗਲਤੀ ਹੈ ਤਾਂ ਅਸੀਂ ਮਾਫੀ ਦੇ ਹੱਕਦਾਰ ਹਾਂ, ਪਰ ਇਸ ਵੇਲੇ ਲੜਾਈ ਸੰਘਰਸ਼ ਦੀ ਹੈ। ਔਰ ਜੇ ਕਦੇ ਵੀ ਸੰਘਰਸ਼ ਤੋਂ ਖਿਲਾਫ ਅਸੀਂ ਜਾਵਾਂਗੇ ਤਾਂ ਉੱਥੇ ਉਸੇ ਕਚਹਿਰੀ ਦੇ ਵਿੱਚ ਤੁਹਾਨੂੰ ਜਵਾਬਦੇਹ ਹੋਵਾਂਗੇ। ਮੈਂ ਜਵਾਬਦੇਹ ਹੋਊਂਗਾ, ਮੇਰੀ ਟੀਮ ਜਵਾਬਦੇਹ ਹੋਊਗੀ। ਬਹੁਤ ਧੰਨਵਾਦ।